ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹਲਾ ਪੰਜਵਾਂ। ਅਸ਼ਟਪਦੀਆਂ ਘਰ ਦਸਵਾਂ। ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੇ ਭੁੱਲੀ ਜੇ ਚੁਕੀ ਸਾਈਂ, ਪੀਤ ਹਿੰਜੀ ਕਾਢੀਆਂ। ਜਿਨ੍ਹਾਂ ਨੇ ਦੂ ਜਾਣੇ ਲੱਗਾ, ਚੂਰ ਮਰੋਂ ਸੇ ਵਾਂਡੀਆਂ। ਜੇ ਭੁੱਲੀ ਜੇ ਚੁਕੀ ਸਾਈਂ, ਪੀਤ ਹਿੰਜੀ ਕਾਢੀਆਂ। ਜਿਨ੍ਹਾਂ ਨੇ ਹਿੰਦੂ ਜਾਣੇ ਲੱਗਾ, ਚੂਰ ਮਰੋਂ ਸੇ ਵਾਂਡੀਆਂ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ। ਇਹ ਮਹਿੰਜਾ ਆਸਰਾ ਰਹਾਉ। ਸੱਜਣ ਤੂੰ ਹੈ ਸੈਣ ਤੂੰ, ਮੈਂ ਤੁਝ ਉਪਰ ਬਹੁਮਾਣੀਆਂ। ਜਾ ਤੂੰ ਅੰਦਰ ਤਾਂ ਸੁਖੇ, ਤੂੰ ਨਿਮਾਣੀ ਮਾਣੀਆਂ। ਜੇ ਤੂੰ ਤੁਠਾ ਕਿਰਪਾ ਨਿਧਾਨ, ਨਾ ਦੂਜਾ ਵੇ ਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੈ ਰਖਾਂ ਸੰਭਾਲ। ਪਾਵ ਜੁਲਾਈ ਪੰਧ ਤੋ, ਨੈਣੀ ਦਰਸ ਦਿਖਾਲ। ਸਰਵਣੀ ਸੁਣੀ ਕਹਾਣੀਆਂ, ਜੇ ਗੁਰ ਥੀਵੈ ਕਿਰਪਾਲ। ਕੀਤੀ ਲਖ ਕਰੋੜ ਪ੍ਰਿਯੇ, ਰੋਮ ਨ ਪੁਜਣ ਤੇਰਿਆ। ਤੂੰ ਸ਼ਾਹੀ ਹੂੰ ਸ਼ਾਹ, ਹਉ ਕਹਿ ਨਾ ਸਕਾਂ ਗੁਣ ਤੇਰਿਆ। ਸਹੀਆਂ ਤਉ ਅਸੰਖ, ਮੰਝੋਂ ਹਬ ਵਧਾਣੀਆਂ। ਹਿਕ ਭੋਰੀ ਨਦਰ ਨਿਹਾਲ, ਦੇਹ ਦਰਸ ਰੰਗ ਮਾਣੀਆਂ। ਜੈਨ ਡਿਠੇ ਮਨ ਧੀਰੀਐ, ਕਿਲ ਵਿਖ ਵੰਝਣ ਦੂਰੇ। ਸੋ ਕਿਉ ਵਿਸਰੈ ਮਾਉ ਮੈਂ, ਜੋ ਰਹਿਆ ਭਰਪੂਰੇ। ਹੋਏ ਨਿਮਾਣੀ ਟਹਿ ਪਈ, ਮਿਲਿਆ ਸਹਿਜ ਸੁਭਾਏ। ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਏ। ਹੋਏ ਨਿਮਾਣੀ ਟਹਿ ਪਈ, ਮਿਲਿਆ ਸਹਿਜ ਸੁਭਾਏ। ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼, ਸੰਧਿਆ ਸਮੇਂ ਅਸੀਂ ਸਤਸੰਗਤ ਦਾ ਸਮਾਂ ਵਕਤ ਪ੍ਰਾਪਤ ਕੀਤਾ ਹੈ, ਮਾਣ ਰਹੇ ਹਾਂ। ਅਜੇ ਹੁਣੇ ਗੁਰਬਾਣੀ ਕੀਰਤਨ ਦੇ ਰਾਹੀਂ ਗੁਰਸ਼ਬਦ ਨਾਲ ਸਾਂਝ ਪੈ ਰਹੀ ਸੀ। ਹੁਣ ਅਗਲਾ ਸਮਾਂ ਇਹ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਜੋ ਮੁਸਲਸਲ ਲਗਾਤਾਰਤਾ ਦੇ ਨਾਲ ਸ਼ਬਦ ਵਿਚਾਰ ਹੁੰਦੀ ਹੈ, ਸੂਹੀ ਰਾਗ ਇਸ ਵਿੱਚ ਚੱਲ ਰਿਹਾ ਹੈ। ਅਸ਼ਟਪਦੀਆਂ ਦਾ ਸੰਦੇਸ਼ ਹੈ। ਲਮੇਰੇ ਸ਼ਬਦ ਦੇ ਅਸੀਂ
ਪਦਾ ਬਾ ਪਦਾ ਵਿਚਾਰਦਿਆਂ ਹੋਇਆਂ ਕੋਈ 3 ਬੰਦ ਵਿਚਾਰੇ ਨੇ। 4 ਨੰਬਰ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਤੋਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਸਰਸਰੀ ਨਜ਼ਰ ਮੁੱਖ ਸੁਨੇਹੇ ਦੇ ਬੰਦ 'ਤੇ ਮਹਾਰਾਜ ਜ਼ਿਕਰ ਕਰਦੇ ਨੇ, ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਹਉ ਨਾ ਛੋਡੋ ਕੰਤ ਪਾਸਰਾ। ਅਕਾਲ ਪੁਰਖ ਵਾਹਿਗੁਰੂ ਜਿਹਨੂੰ ਕੰਤ ਰੂਪ ਵਿੱਚ ਕਿਹਾ ਗਿਆ, ਖਸਮ, ਪਤੀ, ਅਨੇਕਾਂ ਤਰ੍ਹਾਂ ਦੇ ਸੰਬੋਧਨ ਗੁਰੂ ਬਾਬਾ ਜੀ ਨੇ ਦਿੱਤੇ। ਤੇ ਉਹਦੇ ਬਾਬਤ ਕਿਹਾ ਕਿ ਜੋ ਸਾਡਾ ਸੁਆਮੀ ਹੈ, ਜਿਹਨੂੰ ਤੁਸੀਂ ਲਾਰਡ ਕਹਿ ਲਓ, ਜਿਹਨੂੰ ਤੁਸੀਂ, ਜਿਹਦੇ ਹੁਕਮ ਵਿੱਚ ਹੀ ਸਭ ਕੁਝ ਤਾਮੀਰ ਆ, ਮੈਂ ਉਹਦਾ ਪਾਸਰਾ ਨਾ ਛੱਡਾਂ। ਭਾਵ ਮੈਂ ਹਮੇਸ਼ਾ ਉਹਦੇ ਪਾਸੇ ਖੜਾ ਰਹਾਂ। ਮੇਰੀ ਸੁਰਤ ਵਿੱਚ ਹਮੇਸ਼ਾ ਉਹਦਾ ਅਹਿਸਾਸ ਰਹੇ, ਮੇਰੀ ਯਾਦ ਵਿੱਚ ਹਮੇਸ਼ਾ ਬੈਠਾ ਰਹੇ। ਉਹ ਹਰ ਵਕਤ ਦੁੱਖ ਸੁੱਖ ਦਾ ਮੇਰਾ ਸਹਾਰਾ, ਮੇਰੀ ਸੁਰਤ ਕਰਕੇ ਉਹੀ ਹੋਵੇ। ਇਹ ਮਾਇਨੇ ਨੇ। ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ ਆਸਰਾ। ਸਦਾ ਰੰਗੀਲਾ ਉਹ ਪਰਿਪੂਰਨ ਸਭ ਰੰਗ ਹੈ, ਜਿਹਨੂੰ ਕਹਿੰਦੇ ਸਰਬੰਗ ਆ। ਉਹ ਮਤਲਬ ਹਰ ਰੰਗ ਜੀਵਨ ਦਾ ਉਹੀ ਦੇ ਰਿਹਾ ਹੈ। ਬੰਦਾ ਕਿਤੇ ਸੁੱਖ ਦੇ ਰੰਗ 'ਚ ਭੁੱਲ ਜਾਂਦਾ, ਕਿਤੇ ਦੁੱਖ ਦੇ ਰੰਗ 'ਚ ਭੁੱਲ ਜਾਂਦਾ। ਕਈਆਂ ਨੂੰ ਬਹੁਤ ਗੂੜਾ ਰੰਗ ਸ਼ੋਖ ਮਿਲ ਜਾਏ ਤਾਂ ਉਹ ਦੂਰ ਚਲੇ ਜਾਂਦੇ ਨੇ। ਕਈਆਂ ਨੂੰ ਬਹੁਤ ਫਿੱਕਾ ਰੰਗ ਮਿਲ ਜਾਏ ਜੀਵਨ ਦਾ, ਉਹ ਦੂਰ ਚਲੇ ਜਾਂਦੇ ਨੇ। ਪਰ ਸਾਹਿਬ ਕਹਿੰਦੇ ਹਕੀਕਤ ਇਹ ਹੈ, ਸਭ ਰੰਗ ਉਹੀ ਦੇ ਰਿਹਾ ਹੈ, ਸੋ ਰੰਗੀਲਾ ਆ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਲਈ ਲਾਲ ਹੈ, ਬੇਸ਼ਕੀਮਤੀ ਹੈ। ਤੇ ਬੇਸ਼ਕੀਮਤੀ ਜਿਹੜੀ ਚੀਜ਼ ਹੋਏ ਉਹਦਾ ਤੇ ਤਿਆਗ ਨਹੀਂ ਨਾ ਹੁੰਦਾ। ਹੁਣ ਤਾਂ ਬੰਦਾ ਕਹਿੰਦਾ ਵੀ ਇਹਨੂੰ ਤਾਂ ਛੱਡ ਨਹੀਂ ਸਕਦਾ ਮੈਂ, ਦੈਟ ਇਜ਼ ਇਹ ਤੇ ਮੇਰੇ ਲਈ ਜਿਹੜਾ ਹੈਗਾ ਕਿਸੇ ਤਰੀਕੇ ਨਾਲ ਅਵੋਇਡ ਕਰਨਾ, ਕਿਸੇ ਤਰੀਕੇ ਨਾਲ ਇਹਨੂੰ ਆਪਣੇ ਤੋਂ ਦੂਰ ਕਰਨਾ, ਇਟਸ ਨਾਟ ਪੋਸੀਬਲ। ਸੋ ਗੁਰੂ ਬਾਬਾ ਜੀ ਨੇ ਕਿਹਾ ਸਦਾ ਰੰਗੀਲਾ ਲਾਲ ਪਿਆਰਾ, ਇਹ ਮਹਿੰਜਾ, ਮਹਿੰਜਾ ਮੀਨ ਮਾਈਨ, ਮੇਰਾ ਆਸਰਾ। ਆਸਰਾ ਹੈ ਮਤਲਬ ਅਸਲ ਵਿੱਚ ਮੇਰਾ ਸਹਾਰਾ ਹੈ। ਇਹ ਰਹਾ ਉਹਦਾ ਪਦ ਆਇਆ। ਹੁਣ ਜਿੱਥੇ ਅਸੀਂ ਪਹੁੰਚੇ ਹਾਂ 4 ਨੰਬਰ ਪਦ ਆਇਆ। ਗੁਰੂਦੇਵ ਜ਼ਿਕਰ ਕਰਦੇ ਨੇ, ਪਾਮ ਜੁਲਾਈ ਪੰਧ ਤੋ, ਨੈਣੀ ਦਰਸ ਦਿਖਾਲ, ਸਰਵਣੀ ਸੁਣੀ ਕਹਾਣੀਆਂ, ਜੇ ਗੁਰ ਥਿਵੈ ਕਿਰਪਾਲ। ਪੁੱਠੋਹਾਰੀ ਦਾ ਰੰਗ ਹੈ ਲਫ਼ਜ਼ਾਂ ਦੇ ਵਿੱਚ, ਲਫ਼ਜ਼ ਬਾ ਲਫ਼ਜ਼ ਅਸੀਂ ਬਾਤ ਪਕੜਾਂਗੇ। ਪਾਮ ਜੁਲਾਈ, ਪਾਮ ਜੋੜੀ ਦੇ ਪੈਰ ਨੂੰ ਕਿਹਾ ਗਿਆ, ਭਾਵ ਜੋੜਾ ਹੁੰਦਾ ਪੇਅਰ, ਜਿਹਨੂੰ ਕਹਿ ਲਓ ਕਿ ਅਸੀਂ ਕਹਿੰਦੇ ਹਾਂ ਕਿ 1 is foot and 2 are feet, ਸੋ 2 ਪੇਅਰ। ਭਾਵ ਜੁਲਾਈ, ਜੁਲਣਾ। ਲੈਂਗੁਏਜ ਦੇ ਨਾਲ ਜਿੰਨੀ ਵਾਬਸਤਗੀ ਹੈ, ਮਤਲਬ ਜਿਹਨੂੰ ਕਿਹਾ ਜਾਏ ਕਿ ਕਨੈਕਸ਼ਨ ਜਿਹੜਾ ਆ, ਉਹ ਤਾਂ ਹੀ ਬਣਦਾ ਆ ਜਦੋਂ ਬੰਦਾ ਉਸ ਲੈਂਗੁਏਜ 'ਚ ਬਹੁਤ ਗਹਿਰਾ ਉਤਰ ਜਾਂਦਾ ਆ। ਵੈਸੇ ਜਿਹੜੀ ਮਾਦਰੀ ਜ਼ਬਾਨ ਹੁੰਦੀ ਹੈ, ਇਹ ਮਾਂ ਦੇ ਦੁੱਧ ਨਾਲ ਘੁਲ ਕੇ ਅੰਦਰ ਜਾਂਦੀ ਹੈ। ਦੁਨੀਆ ਦਾ ਕੋਈ ਵੀ ਮਨੁੱਖ ਆ, ਜਿਹੜੀ ਮਾਂ ਬੋਲੀ ਜਿਹਨੂੰ ਕਹਿੰਦੇ ਹਾਂ ਅਸੀਂ, ਉਹਦੇ ਵਿੱਚ ਉਹ ਸੁਪਨੇ ਲੈਂਦਾ ਹੈ, ਉਹ ਸੋਚਦਾ ਹੈ, ਉਹ ਅਸਲ ਵਿੱਚ ਆਪਣੇ ਜਿਹੜੇ ਅੰਦਰ ਦੇ ਰੀਅਲ ਐਕਸਪ੍ਰੈਸ਼ਨਸ ਨੇ ਉਹਨਾਂ ਨੂੰ ਉਹਦੇ 'ਚ ਹੀ ਬਿਆਨ ਕਰ ਸਕਦਾ ਹੈ। ਪਰ ਇਹਦੇ ਨਾਲ ਦੀ ਨਾਲ ਜਿਵੇਂ ਸਮਾਜ ਆ, ਜਿਵੇਂ ਸਾਨੂੰ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕਿਹਾ ਗਿਆ, ਵਾਟਸ ਯੂਰ ਫਸਟ ਲੈਂਗੁਏਜ, ਮਦਰ ਟੰਗ ਨਹੀਂ, ਫਸਟ ਲੈਂਗੁਏਜ। ਫਸਟ ਲੈਂਗੁਏਜ ਇਸ ਕਰਕੇ ਹੈ ਕਿਉਂਕਿ ਐਕਸਪੋਜ਼ਰ ਇੰਨਾ ਜ਼ਿਆਦਾ ਆ, ਮਾਂ ਦਾ ਰੋਲ ਤੇ ਆਲਮੋਸਟ ਐਲੀਮੀਨੇਟ ਹੋ ਗਿਆ। ਸੌਰੀ ਟੂ ਸੇ, ਮੈਂ ਤਾਂ ਕਈ ਵਾਰੀ ਬੜਾ ਲਿਟਰਲੀ ਤੌਰ 'ਤੇ ਗੱਲ ਕਹਿਣਾ ਆ, ਘਰਾਂ ਦੇ ਵਿੱਚ ਪਿਤਾ 2 ਨੇ, ਮਾਂ ਹੈ ਨਹੀਂ। ਪਿਤਾ ਦਾ ਕੰਮ ਮੋਸਟਲੀ ਹੁੰਦਾ ਸੀਗਾ ਬ੍ਰੈਡ ਵਿਨਰ, ਉਹਨੇ ਅਰਨਿੰਗ ਕਰਨੀ ਹੈ, ਉਹਨੇ ਇਸ ਕਿਸਮ ਦੇ ਨਾਲ ਕੰਮ ਕਰਨਾ ਹੈ। ਅਤੇ ਉਹ ਤਾਂ 2 ਹੋ ਗਏ। ਮਾਂ ਨਦਾਰਤ ਹੋ ਗਈ। ਉਹ ਜਦੋਂ ਮਾਂ ਨਦਾਰਤ ਹੋ ਗਈ ਅਤੇ ਫਿਰ ਉਹਦੀ ਜਗ੍ਹਾ ਦੇ ਉੱਤੇ ਛੋਟੇ ਛੋਟੇ ਕਈ ਕੰਪੋਨੈਂਟਸ ਆ ਗਏ। ਸੋਸ਼ਲ ਇੰਸਟੀਟਿਊਸ਼ਨਸ ਕਹਿ ਲਓ, ਜਿਹਦੇ 'ਚ ਕੁਝ ਰੋਲ ਡੇ ਕੇਅਰ ਦਾ ਹੁੰਦਾ ਹੈ, ਕੁਝ ਰੋਲ ਪ੍ਰੀ ਸਕੂਲਿੰਗ ਦਾ ਹੁੰਦਾ ਹੈ, ਵੱਡਾ ਰੋਲ TV ਦੀ ਸਕਰੀਨ ਦਾ ਹੁੰਦਾ ਹੈ, ਗੈਜਟਸ ਦਾ ਹੁੰਦਾ ਹੈ, ਟੋਇਜ਼ ਦਾ ਹੁੰਦਾ ਆ, ਹੋਰ ਫੈਮਿਲੀ ਮੈਂਬਰਸ ਦਾ ਹੁੰਦਾ, ਜਿਹੜੇ ਕੇਅਰ ਟੇਕਰਸ ਹੁੰਦੇ ਨੇ। ਮਤਲਬ ਇਸ ਤਰੀਕੇ ਨਾਲ ਮਾਂ ਉਹ ਸਾਰਿਆਂ 'ਚ ਥੋੜ੍ਹਾ ਥੋੜ੍ਹਾ ਵੰਡ ਕੇ ਆ ਗਈ।
ਉਸ ਰੂਪ ਦੇ ਵਿੱਚ। ਅਤੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਫਸਟ ਲੈਂਗੁਏਜ ਆ ਉਹੀ ਲੈਂਗੁਏਜ ਬੱਚੇ ਦੀ ਹੋ ਜਾਏਗੀ। ਅਤੇ ਇਹ ਸ਼ੁਰੂਆਤ ਦੇ ਵਿੱਚ ਤਾਂ ਭਾਰਤੀ ਖਿੱਤੇ ਦੇ ਅੰਦਰ ਜਿਹੜੇ ਵੱਡੇ ਮੈਟਰੋ ਸਿਟੀ ਸੀਗੇ ਉੱਥੋਂ ਸ਼ੁਰੂ ਹੋਇਆ ਸੀਗਾ, ਜਿਹਦੇ ਬਾਬਤ ਤੁਸੀਂ ਬਹੁਤ ਸਾਰਾ ਪੰਜਾਬੀ ਲਿਟਰੇਚਰ ਵੀ ਪੜ੍ਹ ਸਕਦੇ ਹੋ ਸ਼ੁਰੂ ਦੇ ਵਿੱਚ, ਜਿਵੇਂ ਨਰਿੰਜਨ ਤਸਨੀਮ ਵਰਗੇ ਰਾਈਟਰ ਜਿਹੜੇ ਸ਼ਹਿਰੀ ਪੰਜਾਬੀ ਸ਼ਾਇਰੀਆਂ ਦੇ ਜਿਹੜੇ ਰਾਈਟਰ ਬਣੇ, ਉਹਨਾਂ ਨੇ ਉਸ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਜਦੋਂ ਘੇਰਿਆ, ਲਿਟਰੇਚਰ 'ਚ ਪਤਾ ਲੱਗਾ ਇਹੋ ਜਿਹਾ ਸਮਾਜ ਨਵਾਂ ਬਣੇਗਾ। ਘਰ ਦੇ ਵਿੱਚ ਬੱਚਾ ਬੋਲਦਾ ਆ ਅਤੇ ਬੱਚੇ ਦੇ ਬੋਲਣ ਤੋਂ ਬਾਅਦ ਨਾ ਮਾਂ ਨੂੰ ਸਮਝ ਆਉਂਦੀ ਨਾ ਪਿਤਾ ਨੂੰ ਸਮਝ ਆਉਂਦੀ, ਆਇਆ ਨੂੰ ਬੁਲਾਉਂਦੇ ਨੇ ਵੀ ਤੂੰ ਦੱਸ ਕੀ ਕਹਿ ਰਿਹਾ ਆ, ਰੀਜ਼ਨ ਕੀ ਹੈ, ਕਿਉਂਕਿ ਐਕਚੁਅਲ ਲੈਵਲ 'ਤੇ ਆਇਆ ਉਹਦੀ ਕੇਅਰ ਟੇਕਰ ਆ। ਫਿਰ ਇੱਕ ਜਗ੍ਹਾ 'ਤੇ ਐਸਾ ਵੀ ਹੁੰਦਾ ਹੈ, ਆਇਆ ਵਾਪਸ ਆਪਣੇ ਜਿਹੜਾ ਹੈਗਾ ਉਹ ਯੂਪੀ ਦੇ ਕਿਸੇ ਡਿਸਟ੍ਰਿਕਟ ਤੋਂ ਆਈ ਹੁੰਦੀ ਦਿੱਲੀ ਦੇ ਵਿੱਚ, ਅਤੇ ਉਹ ਘਰ ਚਲੀ ਜਾਂਦੀ ਹੈ। ਮੁੜ ਕੇ ਕੋਈ 20-25 ਦਿਨ ਬੱਚੇ ਨੂੰ ਪ੍ਰੋਪਰ ਫੂਡ ਵੀ ਨਹੀਂ ਮਿਲ ਪਾਉਂਦਾ, ਕਿਉਂਕਿ ਜੋ ਬੱਚੇ ਨੂੰ ਚਾਹੁੰਦਾ, ਜੋ ਬੱਚੇ ਨੇ ਖਾਣਾ, ਜੋ ਬੱਚੇ ਨੂੰ ਦੇਣਾ, ਉਹਨੂੰ ਹੀ ਪਤਾ, ਉਹ ਤਾਂ ਪਤਾ ਹੀ ਨਹੀਂ ਕਿਸੇ ਹੋਰ ਨੂੰ, ਉਹਦੀ ਨਾਲ ਲੈਂਗੁਏਜ ਸਮਝ ਆ ਰਹੀ ਹੈ। ਸੋ ਇੱਕ ਅਜੀਬ ਤਰ੍ਹਾਂ ਦੀ ਹਾਲਤ, ਇੱਕ ਅਜੀਬ ਤਰ੍ਹਾਂ ਦਾ ਜਿਹੜਾ ਹੈਗਾ ਉਹ ਸਮਾਜ ਦੀ ਉਸਾਰੀ ਹੋ ਰਹੀ। ਜਦੋਂ ਅਸੀਂ ਇਹਨਾਂ ਸਮਾਜਾਂ 'ਚ ਆ ਜਾਈਏ ਤਾਂ ਇਹਨਾਂ ਸਮਾਜਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਲੈਂਗੁਇਸਟਿਕ ਐਬਿਲਿਟੀ ਹੈ ਉਹ ਬੜੇ ਵੱਡੇ ਲੈਵਲ 'ਤੇ ਕੰਪਰੋਮਾਈਜ਼ ਹੋ ਰਹੀ ਹੈ, ਕਿਉਂਕਿ ਜਿੰਨੀ ਦੇਰ ਤੱਕ ਉਹਨਾਂ ਨੂੰ ਜਿਹੜਾ ਉਹਨਾਂ ਨੇ ਬੇਸਿਕ ਲੈਵਲ ਦੀ ਬਾਤ ਹੈ ਉਹਦੇ 'ਚ ਉਹਨਾਂ ਨੂੰ ਐਕਸਪੋਜ਼ਰ ਇੱਕ ਪ੍ਰੋਪਰ ਵੇ ਦੇ ਨਾਲ ਕਿਸੇ ਇੱਕ ਲੈਂਗੁਏਜ 'ਚ ਮਿਲੇਗਾ। ਈਵਨ ਕਈਆਂ ਘਰਾਂ ਥਾਵਾਂ ਦੇ ਵਿੱਚ ਬੜਾ ਉਮਦਾ ਮਾਹੌਲ ਹੈ। ਈਵਨ ਮੈਂ ਵੀ ਉਹਦੇ ਵਾਸਤੇ ਕੋਈ ਚੰਗੀ ਐਗਜ਼ਾਮਪਲ ਨਹੀਂ ਹੈਗਾ ਜਿਹਦੇ 'ਚ ਘਰ ਦੇ ਸਾਰੇ ਮੈਂਬਰ ਜਿਹੜੇ ਨੇ, ਖਾਸ ਕਰਕੇ ਵੱਡੇ ਵਡੇਰੇ ਘਰ ਵਿੱਚ ਮੌਜੂਦ ਨੇ, ਉਹ ਹਮੇਸ਼ਾ ਇੱਕੋ ਜ਼ਬਾਨ ਬੋਲ ਰਹੇ ਨੇ ਅਤੇ ਬੱਚੇ ਨੂੰ ਵੱਡੇ ਲੈਵਲ ਤੋਂ ਐਕਸਪੋਜ਼ਰ ਮਿਲ ਰਿਹਾ ਅਤੇ ਉਹਦੇ ਅੰਦਰ ਉਹ ਗਹਿਰੇ ਤਲ 'ਤੇ ਉਕਰ ਰਹੀ ਹੈ। ਨਹੀਂ ਤਾਂ ਓਪਰੀ ਜੀ ਪਹਿਚਾਨ ਹੁੰਦੀ ਹੈ। ਸਾਡੇ ਇੱਥੇ ਸ਼ਹਿਰ 'ਚ ਮੇਰਾ ਬੜਾ ਪਿਆਰਾ ਵੀਰ ਵੀ ਕਹਿ ਲਓ, ਅਤੇ ਐਜ਼ ਏ ਕਾਈਂਡ ਆਫ ਸਟੂਡੈਂਟ ਮੈਚਿਓਰ ਏਜ 'ਚ ਆ ਕੇ ਪੰਜਾਬੀ ਲਰਨ ਕੀਤੀ, ਪੋਲੀਟਿਕਸ 'ਚ ਜਾਣਾ ਸੀਗਾ, ਐਂਡ ਵੀ ਵਰ ਹੈਵਿੰਗ ਸਮ ਕਾਈਂਡ ਆਫ ਸੈਸ਼ਨਸ ਟੂਗੈਦਰ। ਅਤੇ ਉਹ ਮੈਨੂੰ ਕਹੇ ਕਿ ਵੀਰ ਜੀ, ਯੂ ਨੋ ਇਟਸ ਵੈਰੀ ਟ੍ਰਿਕੀ ਐਂਡ ਹਿਲੇਰੀਅਸ ਟੂ ਫॉर ਮੀ, ਵਾਟ ਹਾਊ ਕੈਨ ਯੂ ਸੇ ਕਿ ਕਾਰ ਆਉਂਦੀ ਏ ਅਤੇ ਟਰੱਕ ਆਉਂਦਾ ਹੈ। ਮੈਂ ਕਿਹਾ ਬਿਲਕੁਲ ਠੀਕ ਹੈ, ਕਾਰ ਆਉਂਦੀ ਹੈ, ਟਰੱਕ ਆਉਂਦਾ ਆ। ਕਹਿੰਦਾ ਹਾਊ ਕੈਨ ਯੂ ਡਿਸਾਈਡ ਟਰੱਕ ਇਜ਼ ਮੈਸਕੂਲਨ ਐਂਡ ਕਾਰ ਇਜ਼ ਫੈਮਿਨ, ਹਾਊ ਕੈਨ ਯੂ ਡਿਸਾਈਡ ਇਟ। ਮੈਂ ਕਿਹਾ ਵੀ ਗੱਲ ਹੈ, ਕਹਿੰਦੇ ਵਾਈ ਕੈਨ ਯੂ ਸੇ ਐਕਚੁਅਲੀ ਟਰੱਕ ਆਉਂਦੀ ਹੈ। ਮੈਂ ਕਿਹਾ ਟਰੱਕ ਆਉਂਦੀ ਤੈਨੂੰ ਪੰਜਾਬੀ ਨਹੀਂ ਆਉਂਦੀ ਹੈ, ਫਿਰ ਮੁਸ਼ਕਿਲ ਇਹ ਬਣ ਜਾਏਗੀ ਕਿ ਡੈਫੀਨੇਟਲੀ ਯੂ ਡੋਂਟ ਹੈਵ ਦੈਟ ਕਾਈਂਡ ਆਫ ਐਬਿਲਿਟੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੜੀਆਂ ਛੋਟੀਆਂ ਚੀਜ਼ਾਂ, ਬੜੀਆਂ ਪਰ ਫਨੀ ਸਾਊਂਡ ਕਰਦੀਆਂ ਕਈ ਵਾਰੀ। ਹੁਣ ਇਹ ਇਸ ਰੂਪ ਵਿੱਚ ਦੇਖੋ ਤੁਸੀਂ, ਫਿਰ ਲੈਂਗੁਏਜ ਦੇ ਨਾਲ ਜਿਹੜੀ ਸਾਂਝ ਆ, ਜਿਵੇਂ ਇੱਥੇ ਸ਼ਬਦ ਆਇਆ ਪਾਮ ਜੁਲਾਈ। ਜੁਲਾਈ ਜਿਹੜੇ ਪੁੱਠੋਹਾਰ ਵਿੱਚ ਲੋਕੀ ਬੋਲਦੇ ਨੇ, ਖਾਸ ਕਰਕੇ ਸਰਗੋਧੀ ਦੇ ਰੰਗ ਦੇ ਵਿੱਚ, ਅਤੇ ਉਹ ਕਹਿਣਗੇ ਸਪੋਜ਼ ਕਿਸੇ ਨੂੰ ਕਿਹਾ ਗਿਆ ਕਿ ਆ ਨਾ ਕਾਲੀ ਦੇ ਨਾਲ ਬਰਤਨ ਚੱਕ ਕੇ ਲੈ ਜਾਂ ਕੋਈ ਸਮਾਨ ਚੱਕ ਕੇ ਲੈ, ਕੈਨ ਯੂ ਬ੍ਰਿੰਗ ਏ ਗਲਾਸ ਆਫ ਵਾਟਰ ਫॉर ਮੀ। ਇਹ ਕਾਲੀ ਨਾਲ ਕਿਹਾ, ਜਲਦੀ ਨਾਲ। ਅਤੇ ਉਹ ਬੰਦਾ ਥੋੜ੍ਹਾ ਸਲੋ ਪੇਸ 'ਤੇ ਜਾ ਰਿਹਾ। ਅਤੇ ਜੇ ਤਾਂ ਅਸੀਂ ਜਿਹੜਾ ਹੈਗਾ ਲਾਹੌਰ ਤੋਂ ਲੈ ਕੇ, ਲਾਹੌਰ ਦੇ ਇਲਾਕੇ ਤੋਂ, ਰਿਚਨੇ ਦੁਆਬ ਤੋਂ ਲੈ ਕੇ ਅਤੇ ਉਰਲੇ ਘੱਗਰ ਅਤੇ ਇਸ ਇਲਾਕੇ ਤੱਕ ਦੇ ਲੋਕ ਹਾਂ, ਅਸੀਂ ਮੋਸਟਲੀ ਜੇ ਕਹਾਂਗੇ ਤਾਂ ਸਾਡੀ ਲੈਂਗੁਏਜ 'ਚ ਸਾਡੇ ਇਸ ਤਰ੍ਹਾਂ ਕਿਆ ਹੋਏਗਾ ਕਿ ਹਿੱਲ ਲੈ ਥੋੜ੍ਹਾ ਜਿਹਾ, ਮਤਲਬ ਇਹ ਅਸੀਂ ਕਹਾਂਗੇ ਵੀ ਹਿੱਲ ਲੈ ਥੋੜ੍ਹਾ ਜਿਹਾ ਜਾਂ ਹਿੱਲ ਖਾਂ, ਇਸ ਕਿਸਮ ਨਾਲ ਬਾਤ ਹੋਏਗੀ। ਉਹ ਜੇ ਉਸ ਤੋਂ ਪਰਲੇ ਇਲਾਕੇ ਦੀ ਬਾਤ ਕਰੀਏ ਤਾਂ ਉਹਨਾਂ ਨੇ ਕਹਿਣਾ ਜੁੱਲ ਨਹੀਂ ਕਹਿੰਦਾ, ਮਤਲਬ ਹਿੱਲ ਨਹੀਂ ਸਕਦਾ ਤੂੰ। ਜੁੱਲਣਾ ਮਤਲਬ ਝੂਲਣਾ ਜਿਵੇਂ ਹੁੰਦਾ, ਇਸ ਤਰੀਕੇ ਨਾਲ। ਸੋ ਇਹ ਹੈ ਮੂਵ ਕਰਨਾ। ਤੂੰ ਮੂਵ ਕਿਉਂ ਨਹੀਂ ਕਰ ਰਿਹਾ, ਇੰਨੀ ਸਲੋ ਕਿਉਂ ਤੁਰ ਰਿਹਾ, ਚੱਲਦਾ ਕਿਉਂ ਨਹੀਂ ਅੱਗੇ। ਇੱਥੇ ਬਚਨ ਆਇਆ ਹੈ ਪਾਮ ਜੁਲਾਈ, ਮੈਂ ਪੈਰਾਂ ਨਾਲ ਉਸ ਪਾਸੇ ਨੂੰ ਮੂਵ ਕਰਾਂ, ਮੈਂ ਚੱਲਾਂ। ਮੈਟਾਫੋਰਿਕ ਵੇ ਨਾਲ ਗੁਰੂ ਬਾਬਾ ਜੀ ਨੂੰ ਉਸਾਰਿਆ। ਪਾਮ ਜੁਲਾਈ ਪੰਧ ਤੋ, ਤੇ ਪਾਮ ਕਿਤੇ ਹੋਰ ਨਾ ਜੁਲਾਵਾਂ, ਕਿਸੇ ਹੋਰ ਪਾਸੇ ਮੇਰੇ ਪੈਰ ਨਾ ਹਿੱਲਣ, ਤੇਰੇ ਪੰਧ, ਤੇਰੇ ਰਾਹ ਦੇ ਉੱਤੇ ਤੁਰਨ ਵਾਸਤੇ।
ਭਾਵ ਇਹ ਹੈ ਪਰਿਪੂਰਨ ਜੀ, ਮੇਰੇ ਹਰ ਇੱਕ ਚੜ੍ਹਦੇ ਦਿਨ ਦੇ ਨਾਲ ਆਪ ਦੇਖੋਗੇ ਸਾਡੀਆਂ ਜਿਹੜੀਆਂ ਚੋਇਸਿਸ ਹੁੰਦੀਆਂ ਨੇ, ਤੁਸੀਂ ਕਿਤੇ ਵੀ ਲੈ ਲਵੋ, ਸਾਡੇ ਈਵਨ ਚਾਈਲਡ ਸਾਈਕੋਲੋਜੀ ਦੇ ਵਿੱਚ ਬੱਚਿਆਂ ਦੀ ਸਾਈਕਿਕ ਐਬਿਲਿਟੀ ਨੂੰ ਪਰਖਣ ਵਾਸਤੇ ਪੇਰੈਂਟਸ ਨੂੰ ਕੋਈ ਟੂਲ ਸਿਖਾਏ ਜਾਂਦੇ ਨੇ। ਆਮ ਕਰਕੇ ਤੁਸੀਂ ਇਹੋ ਜਿਹੀ ਐਕਸਰਸਾਈਜ਼ ਨਹੀਂ ਕਰਦੇ, ਪਰ ਜਿਵੇਂ ਸਪੋਜ਼ ਕਰੋ ਬੱਚੇ ਨੂੰ ਇੱਕ ਬਜਟ ਦੇ ਦਿਓ ਅਤੇ ਬਜਟ ਦੇ ਕੇ $20 $30 40 ਜਿੰਨਾ ਵੀ ਹੈਗਾ ਉਸ ਤਰੀਕੇ ਨਾਲ, ਅਤੇ ਉਹਨੂੰ ਕਿਸੇ ਬੁੱਕ ਸਟੋਰ 'ਤੇ ਲੈ ਜਾਓ। ਹੁਣ ਉਸਨੂੰ ਕਹੋ ਕਿਉਂਕਿ ਇਟਸ ਯੂਰ ਬਜਟ, ਯੂ ਕੈਨ ਬਾਏ ਵਟ ਐਵਰ ਯੂ ਵਾਂਟ, ਗੋ ਹੈਡ। ਤੁਹਾਨੂੰ ਅਗਲੇ ਜਿਹੜਾ ਹੈਗਾ 10-15 ਮਿੰਟਾਂ 'ਚ ਜੋ ਉਹਦੇ ਅੰਦਰ ਚੱਲ ਰਿਹਾ ਸਾਰਾ ਬਾਹਰ ਆ ਜਾਏਗਾ। ਕਿਹੋ ਜਿਹੀਆਂ ਚੋਇਸਿਸ ਬਣਾਏਗਾ। ਜੋ ਸਾਰੀਆਂ ਵਾਇਲੈਂਸ ਵਾਲੀਆਂ ਅਤੇ ਇਸ ਕਿਸਮ ਦੀਆਂ ਬੁੱਕਾਂ ਚੱਕ ਰਿਹਾ ਹੈਗਾ, ਆਈਡੀਆ ਲਾ ਲਓ ਅੰਦਰ ਕੀ ਚੱਲ ਰਿਹਾ। ਜੋ ਟੋਟਲੀ ਨੋਨ ਫਿਕਸ਼ਨ ਲਿਟਰੇਚਰ ਚੱਕ ਲਿਆ, ਆਈਡੀਆ ਲਾ ਲਓ ਅੰਦਰ ਕੀ ਚੱਲ ਰਿਹਾ। ਜੋ ਥੋੜ੍ਹਾ ਬਹੁਤਾ ਫਿਕਸ਼ਨ, ਥੋੜ੍ਹਾ ਬਹੁਤਾ ਮਿਕਸ ਚੱਕ ਰਿਹਾ, ਕੁਝ ਇਹੋ ਜਿਹੀ ਚੀਜ਼, ਕੋਈ ਮਤਲਬ ਕੋਈ ਵੀ ਚੀਜ਼ ਐਕਚੁਅਲ ਲੈਵਲ 'ਤੇ ਇਹ ਹੈ ਉਹਦੇ ਪੈਰ ਕਿੱਧਰ ਨੂੰ ਜਾ ਰਹੇ ਨੇ, ਆਈਡੀਆ ਲਾ ਸਕਦੇ। ਇਹ ਫੁੱਟਪ੍ਰਿੰਟਸ ਨੂੰ ਕਹਿੰਦੇ ਨੇ ਐਕਚੁਅਲੀ ਡਿਟੈਕਟ ਕਰਨਾ, ਉਹਦੇ ਫੁੱਟਪ੍ਰਿੰਟਸ ਡਿਟੈਕਟ ਹੋ ਜਾਂਦੇ ਨੇ। ਆਪ ਪੜ੍ਹਦੇ ਹੋ ਨਾ, ਅਤੇ ਇਹ ਅੱਜ ਦਾ ਨਹੀਂ ਹੈ ਐਕਚੁਅਲੀ। ਤੁਸੀਂ ਡੇਜ਼ ਨੂੰ ਐਨਾਲਾਈਟਿਕ ਵਿਊ ਨਾਲ ਦੇਖੋਗੇ ਨਾ, ਅਤੇ ਜਦੋਂ ਸਾਹਿਬਜ਼ਾਦਿਆਂ ਦਾ ਮੁਕੱਦਮਾ ਚੱਲਦਾ ਕਚਹਿਰੀ ਦੇ ਵਿੱਚ, ਵਜ਼ੀਰ ਖਾਂ, ਅਤੇ ਉਹ ਵਜ਼ੀਰ ਖਾਂ ਚਾਹੁੰਦਾ ਤਾਂ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ, ਉਹਨਾਂ ਦੇ ਪੁੱਤਰ ਨੇ, ਅਤੇ ਇਹਨਾਂ ਨੂੰ ਤਸੀਹੇ ਤੋਂ ਵੱਧ ਦੇ ਕੇ ਕਤਲ ਕਰਾਂ। ਪਰ ਮੁਸ਼ਕਿਲ ਇਹ ਹੈ, ਰਾਜ ਉਹ ਧਰਮ ਦੇ ਨਾਂ 'ਤੇ ਕਰਦੇ ਨੇ, ਇਸਲਾਮ ਦੇ, ਅਤੇ ਜਿਹੜਾ ਨਿਆਂ ਕਰਨਾ ਹੈ, ਜਸਟਿਸ ਕਰਨਾ ਹੈ, ਜਾਂ ਜਿਹਨੂੰ ਕਹਿ ਲਓ ਡਿਸੀਜ਼ਨ ਮੇਕਿੰਗ ਹੈ, ਉਹ ਰਾਜੇ ਦੇ ਹੱਥ 'ਚ ਹੈ ਨਹੀਂ ਗੀ। ਰਾਜਾ ਕੋਰਟ ਪ੍ਰੋਵਾਈਡ ਕਰ ਸਕਦਾ ਹੈ, ਕੋਰਟ ਦੇ ਵਿੱਚ ਰਾਜੇ ਦੇ ਨਾਂ 'ਤੇ ਡਿਸੀਜ਼ਨ ਹੋ ਸਕਦਾ ਹੈ, ਪਰ ਡਿਸੀਜ਼ਨ ਐਕਚੁਅਲ ਲੈਵਲ 'ਤੇ ਕਾਜ਼ੀ ਦੇ ਫਤਵੇ ਨਾਲ ਹੋਣਾ। ਉਹਨੇ ਬਕਾਇਦਾ ਤੌਰ 'ਤੇ ਅਕੋਰਡਿੰਗ ਟੂ ਬੁੱਕ ਬਣਾਉਣਾ ਹੈ, ਜਿਹਦੇ 'ਚ ਹਦੀਸਾਂ ਅਤੇ ਕੁਰਾਨ 'ਤੇ ਉਹ ਸਭ ਚੀਜ਼ਾਂ ਦੇ ਵੇਰਵੇ ਹੋਣੇ ਨੇ। ਉਹ ਕਾਜ਼ੀ ਜਿਹੜਾ ਹਾਲਾਂਕਿ ਉਹਦੇ ਕੋਲ ਬੜਾ ਹਾਈ ਕੋਰਟ ਦਾ ਕਾਜ਼ੀ ਆ, ਉਹਦੇ ਉੱਥੇ ਪੂਰਾ ਦਾ ਪੂਰਾ ਉਹਦੇ ਕੋਲ ਪੈਨਲ ਹੈ, ਅਤੇ ਉਹ ਉਹਨਾਂ ਨੂੰ ਕਹਿ ਰਿਹਾ ਕਿ ਇਸ ਤਰੀਕੇ ਨਾਲ ਕਰੋ, ਅਤੇ ਉਹ ਰਾਜੇ ਦੀ ਮਨਸਾ ਵੀ ਸਮਝਦੇ ਨੇ ਵੀ ਇਹ ਚਾਹੁੰਦਾ ਕੰਮ ਹੋਏ। ਹੁਣ ਉਸੇ ਕਿਸਮ ਦੀ ਉਹ ਕਾਨੂੰਨ ਦੀ ਇੰਟਰਪ੍ਰੀਟੇਸ਼ਨ ਕਰਨਗੇ। ਅਤੇ ਇਹ ਜਦੋਂ ਇਹ ਮੁਕੱਦਮੇਬਾਜ਼ੀ ਚੱਲਦੀ ਹੈ, ਤਵਾਰੀਖ ਹੈ ਸਾਨੂੰ ਸੋਰਸਿਸ ਦਾ ਦਿਨ ਕੋਈ 3 ਦਿਨ ਚੱਲਦੀ ਲਗਾਤਾਰ, ਅਤੇ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਉਹਦਾ ਨਵਾਬ ਸੀਗਾ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਚਮਕੌਰ ਦੇ ਮੈਦਾਨ 'ਤੇ ਪਹਿਲਾਂ ਸਭ ਜਗ੍ਹਾ ਤੋਂ ਡਟਿਆ ਰਿਹਾ ਨਾਲ। ਉਹਦਾ ਭਰਾ ਜਿਹੜਾ ਹੈਗਾ ਜੰਗ ਵਿੱਚ ਮਾਰਿਆ ਗਿਆ। ਉਸ ਨੂੰ ਬਕਾਇਦਾ ਤੌਰ 'ਤੇ ਵਜ਼ੀਰ ਖਾਨ ਨੇ ਸੁਨੇਹਾ ਭੇਜਿਆ ਵੀ ਕਚਹਿਰੀ ਲੱਗਣੀ ਹੈ, ਸਾਰੇ ਜਿਹੜਾ ਇੱਥੇ ਹੁਕਮਰਾਨ ਲੋਕ ਜਿਹੜੇ ਨੇ, ਹੁਕਮਰਾਨ ਜਮਾਤ ਉਹ ਬੈਠੇਗੀ, ਵੀ ਆਖਰਕਾਰ ਟਰੋਫੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚਿਆਂ ਨੂੰ ਰੋਂਦਿਆਂ ਨੂੰ, ਵਿਲਕਦਿਆਂ ਨੂੰ ਸਾਹਮਣੇ, ਜੋ ਉਹਨਾਂ ਦਾ ਖ਼ਾਬ ਸੀਗਾ, ਦੇਖਾਂਗੇ, ਡਰਾਵਾਂਗੇ, ਲੋਕਾਂ ਦੇ ਸਾਹਮਣੇ ਦਹਿਸ਼ਤ ਫੈਲਾਵਾਂਗੇ, ਸਭ ਇਹ ਤਾਂ ਬੜੀ ਵੱਡੀ ਟਰੋਫੀ ਹੈ, ਇਸ ਕਰਕੇ ਤੁਸੀਂ ਆਓ ਇੱਥੇ, ਸਾਰੇ ਹਿੱਸਾ ਬਣੋ ਇਸ ਪਾਰਟੀ ਦਾ। ਉਹ ਸ਼ੇਰ ਮੁਹੰਮਦ ਖਾਨ ਨੂੰ ਜੋ ਸੁਨੇਹਾ ਭੇਜਿਆ ਉਹ ਆਇਆ ਨਹੀਂ, ਪਹਿਲੇ ਦਿਨ ਉਹ ਸ਼ਾਮਲ ਨਹੀਂ ਹੋਇਆ, ਤਵਾਰੀਖ ਕਹਿੰਦੀ ਹੈ। ਸੈਕਿੰਡ ਡੇ ਆਇਆ। ਜਦੋਂ ਸੈਕਿੰਡ ਡੇ ਆਇਆ ਅਤੇ ਉਹ ਆਉਣ ਤੋਂ ਬਾਅਦ ਵਜ਼ੀਰ ਖਾਂ ਬੜਾ ਹੈਰਾਨ ਹੋਇਆ, ਆਖਰਕਾਰ ਸੂਬੇਦਾਰ ਸੀਗਾ ਸਰਹਿੰਦ ਦਾ, ਅਤੇ ਉਹਨੂੰ ਲੱਗਾ ਮੇਰੇ ਸੁਨੇਹੇ ਨੂੰ ਅਵੋਇਡ ਕੀਤਾ ਇਹਨੇ, ਕੱਲ੍ਹ ਕਿਹਾ ਸੀ ਆਉਣ ਵਾਸਤੇ, ਕੱਲ੍ਹ ਆਇਆ ਨਹੀਂ, ਅੱਜ ਆਇਆ। ਅਤੇ ਉਹਨੇ ਬਕਾਇਦਾ ਤੌਰ 'ਤੇ ਪੁੱਛਿਆ ਵੀ ਤੂੰ ਕੱਲ੍ਹ ਕਿਉਂ ਨਹੀਂ ਆਇਆ। ਅਤੇ ਉਹ ਜਦੋਂ ਇਹ ਗੱਲ ਹੋਈ, ਉਹ ਕਹਿੰਦਾ ਵੀ ਦੱਸਦਾ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਨੂੰ ਪਤਾ ਲੱਗਾ ਵੀ ਮੁਕੱਦਮੇ ਦਾ ਫੈਸਲਾ ਤਾਂ ਆਲਮੋਸਟ ਹੋਣ ਵਾਲਾ ਆ। ਕਹਿੰਦੇ ਹਾਂ, ਦੁਸ਼ਮਣ ਦੇ ਬੱਚੇ ਨੇ, ਕਤਲ ਕਰਨੇ ਨੇ, ਕਾਜ਼ੀ ਫਤਵਾ ਲਾਉਣ ਲਈ ਤਿਆਰ ਹੈ, ਸਭ ਗਰਾਊਂਡ ਪੂਰਾ ਬਣਿਆ ਆ। ਉਹ ਕਹਿੰਦਾ ਜੀ ਸੂਬੇਦਾਰ ਸਾਹਿਬ, ਮੈਂ ਕਾਜ਼ੀ ਨਾਲ ਜ਼ਿਰਾ ਕਰਨੀ ਚਾਹੁੰਦਾ, ਜਿਵੇਂ ਵਕੀਲ ਆਪਸ ਵਿੱਚ ਬਹਿਸ ਕਰਦੇ ਨੇ। ਉਹ ਵਜ਼ੀਰ ਖਾਂ ਬੜਾ ਹੈਰਾਨ ਹੋਇਆ, ਪਰ ਹੁਣ ਕੋਰਟ ਲੱਗਾ, ਕੀ ਕਹੇ। ਕਹਿੰਦਾ ਜੀ ਠੀਕ ਹੈ। ਉਹ ਕਾਜ਼ੀ ਨਾਲ ਜ਼ਿਰਾ ਕਰਦਾ, ਅਤੇ ਕਾਜ਼ੀ ਨਾਲ ਜ਼ਿਰਾ ਕਰਕੇ ਕਹਿੰਦਾ ਵੀ ਕਾਜ਼ੀ ਜੀ ਤੁਸੀਂ ਬੜੇ ਉਲਮਾ ਹੋ, ਮੀਨ ਯੂ ਆਰ ਵੈਰੀ ਐਜੂਕੇਟਡ ਪਰਸਨ, ਤੂੰ ਬੜਾ ਮਤਲਬ ਤੂੰ ਹਾਫਿਜ਼ ਹੈ, ਤੈਨੂੰ ਕੁਰਾਨ ਦਾ ਪਤਾ ਹੈ, ਤੂੰ ਉਲਮਾ ਆ, ਤੂੰ ਸਕਾਲਰ ਬੰਦਾ ਆ। ਮੈਂ ਤੇਰੇ ਤੋਂ ਇਤਨਾ ਹੀ ਜਿਹੜਾ ਹੈਗਾ ਫਾਈਂਡ ਆਊਟ ਕਰਨਾ ਚਾਹੁੰਦਾ ਹਾਂ ਕਿ ਅੱਜ ਤੱਕ ਇਸਲਾਮਿਕ ਤਾਰੀਖ ਦੇ ਵਿੱਚ, ਝਾਤ ਮਾਰ ਕੇ ਦਿਖਾ ਮੈਨੂੰ ਮਾੜਾ ਜਿਹਾ,
ਹਦੀਸਾਂ 'ਚ ਜਾਂ ਕਿਤੇ ਤੂੰ ਵੇਰਵਾ ਪੜ੍ਹਿਆ ਹੋਏ ਕਿ ਬਾਪ ਦੇ ਗੁਨਾਹ ਦੀ ਸਜ਼ਾ ਉਹਦੀ ਔਲਾਦ ਨੂੰ ਦਿੱਤੀ ਗਈ ਹੋਏ? ਕੈਨ ਯੂ ਗਿਵ ਮੀ ਐਨੀ ਰੈਫਰੈਂਸ? ਕਾਜ਼ੀ ਚੁੱਪ ਹੈ, ਕਹਿੰਦੇ ਚਲੋ ਮੈਂ ਤੇਰੇ ਲਈ ਕੰਮ ਥੋੜ੍ਹਾ ਸੌਖਾ ਕਰ ਦਿੰਦਾ। ਕੋਈ ਕਾਜ਼ੀ ਬੋਲ ਨਹੀਂ ਨਾ, ਵਜ਼ੀਰ ਖਾਂ ਸਾਹਮਣੇ ਬੈਠਾ, ਉਹ ਤਨਖਾਹ ਦਿੰਦਾ, ਉਹ ਚੁੱਪ ਹੈ, ਤਾਂ ਉਹ ਕਹਿੰਦੇ ਤੇਰੇ ਲਈ ਕੰਮ ਸੌਖਾ ਕਰ ਦੇਣਾ। ਸੌਖਾ ਇਹ ਹੈ ਕਿ ਬਾਪ ਦੇ ਗੁਨਾਹ ਦੀ ਸਜ਼ਾ ਸ਼ੀਰਖੋਰ, ਜਿਹਦੇ ਦੁੱਧ ਵਾਲੇ ਦੰਦ ਨਾ ਟੁੱਟੇ ਹੋਣ, ਜਿਹਦੇ 'ਚ ਦੰਦ ਦੁੱਧ ਦੇ ਹੋਣ, ਬਹੁਤ ਛੋਟੀ ਉਮਰ ਬੱਚੇ ਦੀ, ਜਿਹਦੀ ਅਜੇ ਸ਼ਕਲ ਵੀ ਪੂਰੀ ਨਾ ਬਣੀ ਹੋਵੇ, ਕਿਹੋ ਜਿਹੀ ਬਣਨੀ ਹੈ, ਜਿਹਦੀਆਂ ਅਜੇ ਹੱਡੀਆਂ ਵੀ ਪੂਰੀਆਂ ਨਾ ਬਣੀਆਂ ਹੋਣ। ਬੱਚੇ 'ਚ ਹੱਡੀਆਂ ਨਾ ਪੂਰੀਆਂ ਬਣੀਆਂ, ਅਜੇ ਛੋਟੇ ਛੋਟੇ ਟੁਕੜੇ ਹੁੰਦੇ ਨੇ। ਕਿਤੇ ਸ਼ੀਰਖੋਰ ਬੱਚੇ ਨੂੰ ਜਿਹੜਾ ਹੈਗਾ ਆਪਣੇ ਬਾਪ ਦੀ ਸਜ਼ਾ, ਉਹਦੇ ਗੁਨਾਹ ਦੀ ਸਜ਼ਾ ਜਾਂ ਉਹਦੇ ਉੱਤੇ ਇਲਜ਼ਾਮ ਲਾ ਕੇ ਸਜ਼ਾ ਦਿੱਤੀ ਗਈ ਹੋਏ। ਹੁਣ ਕਾਜ਼ੀ ਬੋਲਦਾ, ਕਹਿੰਦਾ ਜੀ ਮੇਰੇ ਜਿਹੜੀ, ਜਿਹਨੂੰ ਕਿ ਮੇਰੀ ਨੌਲੇਜ ਦੇ ਵਿੱਚ, ਉਹ ਕਹਿੰਦਾ ਕਿ ਮੇਰੀ ਜਾਣਕਾਰੀ ਦੇ ਵਿੱਚ, ਭਾਵ ਮੈਂ ਹਦੀਸਾਂ 'ਚੋਂ ਕਿਤੋਂ ਤੈਨੂੰ ਇਸ ਗੱਲ ਦਾ ਕੋਈ ਰੈਫਰੈਂਸ ਨਹੀਂ ਦੇ ਸਕਦਾ। ਮਤਲਬ ਇਹ ਨਹੀਂ ਹੈਗਾ, ਇਹ ਗੱਲ ਨਵਾਬ ਜਿਹੜਾ ਹੈਗਾ ਸ਼ੇਰ ਖਾਨ ਮਲੇਰਕੋਟਲੇ ਵਾਲਾ ਆਪਣੇ ਵੱਲੋਂ ਕਹਿੰਦਾ ਵੀ ਦੈਟ ਮੀਨ ਦੇਰ ਇਜ਼ ਨੋ ਐਨੀ ਰੈਫਰੈਂਸ, ਯੂ ਆਰ ਟੈਲਿੰਗ ਮੀ ਲਾਈਕ ਦੈਟ, ਤੁਸੀਂ ਮੈਨੂੰ ਇਹ ਦੱਸ ਰਹੇ ਹੋ। ਉਹ ਕਹਿੰਦੇ ਜੀ ਐਵੇਂ ਸਮਝ ਲਓ। ਹੁਣ ਇੰਨੀ ਗੱਲ ਹੋ ਰਹੀ ਹੈ ਤੇ ਵਜ਼ੀਰ ਖਾਂ ਦਾ ਖੂਨ ਤੇ ਖੌਲ ਰਿਹਾ ਵੀ ਸਾਡਾ ਬੰਦਾ ਸਾਡੇ ਖਿਲਾਫ ਭੁਗਤ ਰਿਹਾ, ਸੱਦਿਆ ਇਸ ਕਰਕੇ ਸੀਗਾ। ਉਹ ਫਿਰ ਵਿੱਚ ਹੀ ਟੋਕਦਾ ਵਜ਼ੀਰ ਖਾਂ, ਤੇ ਉਹ ਫਿਰ ਬੜੀ ਉੱਚੀ ਸਾਰੀ ਆਵਾਜ਼ ਦੇ ਕੇ ਕਹਿੰਦਾ ਹੈ ਕਿ ਨਵਾਬ ਮਲੇਰਕੋਟਲਾ, ਮੈਨੂੰ ਇਹ ਦੱਸੋਗੇ ਨਵਾਬ ਸਾਹਿਬ, ਕਾਫਰਾਂ ਦੇ ਬੱਚਿਆਂ ਨਾਲ ਪਿਆਰ ਕਦੋਂ ਦਾ ਆ ਗਿਆ? ਤੇ ਕਾਫਰ ਵੀ ਉਹ ਜਿਹੜਾ ਸਾਡਾ ਦੁਸ਼ਮਣ ਹੈ, ਜਿਹਨੇ ਭਰਾ ਦਾ ਕਤਲ ਕੀਤਾ ਤੁਹਾਡੇ ਦਾ, ਖੂਨ ਪਾਣੀ ਬਣ ਗਿਆ, ਖੂਨ ਚਿੱਟਾ ਹੋ ਗਿਆ। ਭਰਾ ਦੇ ਬਾਰੇ ਕੋਈ ਤੁਹਾਡੇ ਅੰਦਰ ਉਸ ਨਹੀਂ ਹੈਗਾ ਕਿ ਉਹਨੇ ਉਸ ਦੇ ਨਾਲ ਪਿਆਰ ਸਨੇਹ, ਕੋਈ ਬਾਤ ਨਹੀਂ ਹੈ। ਉਲਟਾ ਤੁਸੀਂ ਕਾਫਰਾਂ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਇੱਥੇ ਜ਼ੋਰ ਦੇ ਰਹੇ ਹੋ ਸਾਰਾ। ਤੇ ਨਵਾਬ ਮਲੇਰਕੋਟਲੇ ਦਾ ਜਵਾਬ ਜਿਹੜਾ ਆ ਸ਼ੇਰ ਮੁਹੰਮਦ ਖਾਨ ਦਾ, ਉਹ ਕਹਿੰਦਾ ਨਾ ਵਜ਼ੀਰ ਖਾਂ, ਤੂੰ ਪੁੱਛ ਰਹੇ ਸੀ ਮੈਂ ਕੱਲ ਨਹੀਂ ਆਇਆ, ਮੈਂ ਅੱਜ ਆਇਆ। ਅਸਲ 'ਚ ਮੈਂ ਇਹਨਾਂ ਬੱਚਿਆਂ ਨੂੰ ਬਚਾਉਣ ਨਹੀਂ ਆਇਆ, ਨਾ ਮੇਰੇ ਕੁਛ ਨਹੀਂ ਲੱਗਦੇ, ਨਾ ਮੈਨੂੰ ਇਹਨਾਂ ਨਾਲ ਕੋਈ ਸਨੇਹ ਨਾ ਪਿਆਰ ਹੈ, ਮੇਰੇ ਲਈ ਦੁਸ਼ਮਣ ਦੇ ਬੱਚੇ ਨੇ ਜਿਵੇਂ ਤੂੰ ਸੋਚਦਾ। ਮੇਰੇ ਭਰਾ ਦਾ ਕਤਲ ਹੋਇਆ, ਅਸਲ 'ਚ ਮੈਂ ਇਹਨਾਂ ਬੱਚਿਆਂ ਨੂੰ ਬਚਾਉਣ ਨਹੀਂ ਆਇਆ, ਮੈਂ ਇਸਲਾਮ ਨੂੰ ਬਚਾਉਣ ਆਇਆ। ਜਦੋਂ ਤੱਕ ਤਾਰੀਖ ਰਹੇਗੀ, ਜੋ ਤੂੰ ਕਰਨਾ ਚਾਹੁੰਦਾ ਐਸਾ ਦਾਗ ਆ ਦੁਨੀਆ ਦੀ ਕੋਈ ਵੀ ਚੀਜ਼ ਧੋ ਨਹੀਂ ਸਕੇਗੀ। ਇਹ ਚੇਤੇ ਰੱਖੀ, ਇਹ ਨਵਾਬ ਮਲੇਰਕੋਟਲੇ ਦੇ ਵਾਕ ਸੀਗੇ। ਮਲੇਰਕੋਟਲਾ ਆਬਾਦ ਰਹੇ, ਕਿੰਨੀਆਂ ਹਨੇਰੀਆਂ ਝੁੱਲੀਆਂ ਹੋਣਗੀਆਂ, ਕੀ ਕੁਛ ਹੋਇਆ ਹੋਏਗਾ। 47 ਵੀ ਵਾਪਰਿਆ। ਮਲੇਰਕੋਟਲੇ ਦੀ ਕੰਧ ਦਾ ਵੀ ਕਿਸੇ ਨੇ ਜਿਹੜਾ ਇੱਕ ਤੂੜੀ ਦਾ ਕੱਖ ਨਾ ਸਾੜਿਆ ਜਾ ਕੇ, ਬਲਕਿ ਜੇ ਕੋਈ ਬਾਤ ਹੋਈ ਤੇ ਸਿੱਖ ਲੋਹੇ ਦੀ ਕੰਧ ਬਣ ਕੇ ਖੜੇ ਹੋ ਗਏ। ਉਹਨਾਂ ਕਹਿੰਦਾ ਬਿਨਾਂ, ਹਾਲਾਂਕਿ ਉਹ ਐਗਜ਼ੈਕਟਲੀ ਉਹ ਇਹ ਨਹੀਂ ਕਹਿ ਰਹੇ ਪਿਆ ਐਕਚੁਅਲੀ ਇਨ ਦਾ ਫੇਵਰ ਆਫ ਸਿੱਖਸ, ਨੋ ਵੇ, ਪਰ ਐਟਲੀਸਟ ਉਹਨੇ ਜਸਟਿਸ, ਕੁਛ ਨਿਆਂ ਦੀ ਬਾਤ ਤੇ ਕੀਤੀ, ਹੱਕ ਦਾ ਹਾਂ ਦਾ ਨਾਰਾ ਮਾਰਿਆ, ਸੱਚ ਤੇ ਹੱਕ ਦੇ ਵਿੱਚ। ਖੈਰ ਜਿਹੜੀ ਅਗਲੀ ਬਾਤ ਕਰਨ ਲੱਗਾ ਸੀਗਾ ਮੈਂ ਮੌਲਿਕ ਰੂਪ ਦੇ 'ਚ, ਤੇ ਉਹਦੇ 'ਚ ਬਾਤ ਇਹ ਹੈ ਕਿ ਵਜ਼ੀਰ ਖਾਨ ਦੀ ਕੁਛ ਪੇਸ਼ ਨਹੀਂ ਗਈ ਕਚਹਿਰੀ ਦੇ 'ਚ, ਹੁਣ ਕੀਤਾ ਕੁਛ ਨਹੀਂ ਜਾ ਸਕਦਾ। ਅਖੀਰ ਕਾਜ਼ੀ ਫਿਰ ਥੋੜਾ ਆਵਾਜ਼ ਹੌਸਲਾ ਪੈਂਦਾ ਤੇ ਉਹ ਕਹਿੰਦਾ ਕਿ ਨੋ ਸੂਬੇਦਾਰ ਸਾਹਿਬ, ਫਤਵਾ ਲਾਣਾ ਬੜਾ ਔਖਾ, ਬਹੁਤ ਕਠਿਨ ਹੈ, ਮੈਨੂੰ ਇਸ ਇਮਤਿਹਾਨ 'ਚ ਨਾ ਪਾਓ, ਮੈਂ ਫਤਵਾ ਨਹੀਂ ਲਾ ਸਕਾਂਗਾ। ਫਿਰ ਤੇ ਇੱਕ ਹੋਰ ਸ਼ਖਸੀਅਤ ਉਹਦਾ ਰੋਲ ਆਉਂਦਾ ਹੈ ਜਿਹਨੂੰ ਅਸੀਂ ਯਾਦ ਕਰਦੇ ਹਾਂ, ਸੁੱਚਾਨੰਦ। ਫਿਰ ਉਹ ਕਹਿੰਦਾ ਵੀ ਹੁਣ ਵਜ਼ੀਰ ਖਾਨ ਦੀ ਗੱਲ ਪੂਰੀ ਕਿਵੇਂ ਕੀਤੀ ਜਾਏ। ਉਹ ਫਿਰ ਪੂਰਾ ਐਨ ਪਲਾਟ ਬਣਾਉਂਦਾ ਹੈ। ਉਹ ਫਿਰ ਬੱਚਿਆਂ ਵਾਸਤੇ ਬਾਹਰ, ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ, 2 ਮੰਜੀਆਂ ਡਾਹ ਕੇ ਚਾਦਰ ਵਿਛਾ ਕੇ ਉੱਤੇ ਸਮਾਨ ਰੱਖਦਾ, ਖਾਣ ਵਾਲਾ ਵੀ ਖੇਡਣ ਵਾਲਾ ਵੀ। ਉੱਥੇ ਉਹ ਕੁਝ ਸ਼ਾਸਤਰ ਵੀ ਰੱਖਦਾ ਹੈ, ਛੋਟਾ ਜਿਹਨੂੰ ਅਸੀਂ ਜਿਹੜਾ ਹੈਗਾ ਗੱਟਾ ਕਹਿ ਦਿੰਦੇ ਹੈਗੇ ਆ, ਜਿਹੜਾ ਛੋਟੀ ਗਨ ਕਹਿ ਲਓ, ਪਿਸਟਨ ਕਾਈਂਡ ਆਫ, ਤੇ ਕੁਛ ਨੰਗੀਆਂ ਸ਼ਮਸ਼ੀਰਾਂ, ਕੁਛ ਛੋਟੇ ਖੰਜਰ, ਇਹੋ ਜਿਹੇ ਸਭ ਚੀਜ਼ਾਂ ਡਿਸਪਲੇ ਲਵਾ ਦਿੰਦਾ ਤੇ ਲਵਾ ਕੇ ਫਿਰ ਕਹਿੰਦਾ ਆ ਕਿ ਓਕੇ ਛੱਡੋ ਬੱਚਿਆਂ ਨੂੰ। ਜਦੋਂ ਬੱਚਿਆਂ ਨੂੰ ਛੱਡਿਆ ਜਾਂਦਾ ਤਾਂ ਉਹਨੂੰ ਕਹਿੰਦਾ ਬੱਚਿਓ ਪਿਆ ਤੁਹਾਡੇ ਸਾਹਮਣੇ ਸਮਾਨ ਲੱਗਾ, ਬਸ ਤੁਸੀਂ ਜਾ ਸਕਦੇ ਹੋ, ਬੇੜੀਆਂ ਖੋਲ ਦੇਣਾ ਤੁਹਾਡੀਆਂ,
ਜਿਹੜਾ ਸਮਾਨ ਤੁਹਾਨੂੰ ਚੰਗਾ ਲੱਗਦਾ ਚੁੱਕ ਕੇ ਲੈ ਜਾਓ। ਹੁਣ ਤੁਸੀਂ ਆਪ ਆਈਡੀਆ ਲਾ ਕੇ ਦੇਖੋ ਕਿ 2-3 ਦਿਨਾਂ ਦੇ ਬੱਚੇ ਭੁੱਖੇ ਹੋਣ, ਠੰਡ ਵਿੱਚ ਠਰੂ ਠਰੂ ਕਰ ਰਹੇ ਹੋਣ, ਇਹ ਸਭ ਚੀਜ਼ ਹੋਏ, ਤੇ ਉਹਨਾਂ ਨੂੰ ਉੱਥੋਂ ਜਾਣ ਵਾਸਤੇ ਕਿਹਾ ਜਾਂਦਾ ਹੋਵੇ ਵੀ ਜਾਓ ਤੇ ਜੋ ਮਰਜ਼ੀ ਚੱਕ ਲਓ, ਉੱਥੇ ਖਾਣ ਵਾਲਾ ਸਮਾਨ ਵੀ ਪਿਆ ਹੈ, ਖੇਡਣ ਵਾਲਾ ਸਮਾਨ ਵੀ ਪਿਆ ਹੈ। ਤੇ ਬੱਚੇ, ਸਰਦਾਰ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ ਐਵੀਡੈਂਸ ਦੇ ਵਿੱਚੋਂ ਹਿਸਟੋਰੀਕਲੀ, ਉਹ ਕਹਿੰਦੇ ਨੇ ਵੱਡੇ ਸਾਹਿਬਜ਼ਾਦੇ ਨੇ ਗਨ ਚੱਕ ਲਈ, ਛੋਟੇ ਨੇ ਛੋਟੀ ਸ਼ਮਸ਼ੀਰ ਚੱਕ ਲਈ। ਇੱਥੋਂ ਫਿਰ ਜਿਹੜਾ ਹੈਗਾ ਸੁੱਚੇ ਨੰਦ ਨੇ ਕਿਹਾ, ਕਹਿਣ ਲੱਗਾ ਨਵਾਬ ਸਾਹਿਬ ਤੁਸੀਂ ਤੇ ਨਵਾਬ ਮਲੇਰਕੋਟਲੇ ਦੀਆਂ ਗੱਲਾਂ 'ਚ ਹੀ ਆ ਗਏ, ਧਿਆਨ ਨਾਲ ਦੇਖੋ। ਇਹ ਬੱਚੇ ਬਾਗੀ ਨੇ ਤੇ ਬਾਗੀ ਦੀ ਔਲਾਦ, ਤੇ ਆਪ ਵੀ ਬਗਾਵਤ ਕਰਨ ਲਈ ਤਤਪਰ ਨੇ, ਤਿਆਰ ਨੇ। ਫਿਰ ਅਗਲੇ ਸਵਾਲ ਜਵਾਬ ਹੁੰਦੇ ਨੇ ਉਹਨਾਂ ਦੇ ਨਾਲ। ਫਿਰ ਉਹ ਫਿਰਦੌਸੀ ਨੂੰ ਕੋਡ ਕਰਦਾ ਆ ਤਾਂ ਕਿ ਕਾਜ਼ੀ ਦਾ ਮਨ ਵੀ ਬਣ ਜਾਏ, ਕਿਉਂਕਿ ਉਹ ਕਿਤਾਬ ਦਾ ਰੈਫਰੈਂਸ ਦੇਣਾ ਨਾ ਉੱਥੇ। ਫਿਰਦੌਸੀ ਨੂੰ ਕੋਡ ਕਰਦਿਆਂ ਹੋਇਆ ਗੱਲ ਕਹਿੰਦਾ ਹੈ ਕਿ ਫਿਰਦੌਸੀ ਨੇ ਕਿੱਡਾ ਕਮਾਲ ਦਾ ਲਿਖਿਆ ਵੀ ਬੰਦਾ ਕਿੰਨਾ ਮੂਰਖ ਹੋਏਗਾ ਜਿਹੜਾ ਸੱਪ ਨੂੰ ਤੇ ਲੱਭ ਕੇ ਮਾਰੇ ਤੇ ਉਹਦੇ ਬੱਚਿਆਂ ਨੂੰ ਦੁੱਧ ਪਿਆਏ। ਸਪੋਲੀਏ ਨੇ ਇੱਥੋਂ ਬਚਨ ਆਇਆ। ਫਿਰ ਉਹ ਕਹਿੰਦਾ ਕਾਜ਼ੀ ਸਾਹਿਬ ਤੁਹਾਡੇ ਲਈ ਕੰਮ ਮੈਂ ਸੌਖਾ ਕਰ ਦੇਣਾ। ਇਹ ਸੁੱਚਾ ਨੰਦ ਹੈ, ਕਹਿੰਦਾ ਕਦੀ ਮਨੁੱਖ ਦੇ ਬੱਚਿਆਂ ਤੇ ਚਲੋ ਨਹੀਂ ਫਤਵਾ ਲੱਗਾ, ਛੋਟੇ ਬੱਚਿਆਂ ਤੇ ਕਤਲ ਕਰਨ ਵਾਸਤੇ ਕੋਈ ਇਹੋ ਜਿਹਾ ਹੈ ਤੁਹਾਡੇ ਕੋਲ ਰੈਫਰੈਂਸ ਜਿਹਦੇ 'ਚ ਲੱਗਾ ਹੋਏ ਕਿ ਸੱਪ ਦੇ ਬੱਚਿਆਂ ਨੂੰ ਕਤਲ ਕਰਨ ਵਾਸਤੇ ਕੋਈ ਰੈਫਰੈਂਸ ਹੋਏ? ਉਹ ਕਹਿੰਦਾ ਉਹ ਹੈਗਾ। ਕਹਿੰਦਾ ਬਸ ਫਿਰ ਜਿਹੜਾ ਭੁਜੰਗ ਲਫ਼ਜ਼ ਹੈ ਨਾ, ਭੁਜੰਗੀ ਮਤਲਬ ਸਿੱਖ ਦਾ ਹਰ ਬੱਚਾ ਭੁਜੰਗੀ ਬਣ ਗਿਆ, ਜਿਹਨੂੰ ਫਿਰ ਮਹਾਰਾਜ ਨੇ ਜਫਰਨਾਮੇ 'ਚ ਕੋਡ ਵੀ ਕੀਤਾ, ਕਿਹਾ ਸ਼ੁੱਧ ਕੇ ਚੁੰਗ ਬਚ ਗਿਆ ਕੁਸ਼ਤ ਚਾਰ ਕਿ ਬਾਕੀ ਬਿਮਾ ਦਸਤ ਪੇਚੀਦਾ ਮਾਰ। ਪੇਚੀਦਾ ਕਹਿੰਦੇ ਕੁੰਡਲ, ਇਸ ਤਰੀਕੇ ਨਾਲ ਮਸਲਾ ਬੜਾ ਪੇਚੀਦਾ, ਕੁੰਡਲ ਇਸ ਤਰੀਕੇ ਨਾਲ। ਉਹ ਕਹਿੰਦੇ ਕਿ ਔਰੰਗਜ਼ੇਬ ਤੂੰ ਸੋਚਿਆ ਕਿ ਮੇਰੇ 2 ਛੋਟੇ ਛੋਟੇ ਬੱਚੇ ਤੇ ਉਹਨਾਂ ਨੂੰ ਸੱਪ ਕਹਿ ਕੇ ਕਤਲ ਕਰਤਾ, ਉਹਨਾਂ ਨੂੰ ਕਿਹਾ ਕਿ ਇਹ ਸਪੋਲੀਏ ਨੇ, ਹੈ ਨਾ, ਕੋਈ ਗੱਲ ਨਹੀਂ। ਕਹਿੰਦੇ ਨੇ ਕਿ ਜਿਹੜਾ ਖਾਲਕ ਆ ਉਹ ਖਲਕਤ 'ਚ ਵਸਦਾ ਆ ਤੇ ਖਲਕਤ ਖੁਦਾ ਦਾ ਰੂਪ ਆ, ਤੇ ਤੁਸੀਂ ਆਪ ਕਹਿ ਦਿੱਤਾ ਕਿ ਜਿਹੜਾ ਇਹ ਖਾਲਸੇ ਨੇ, ਖਾਲਸੇ ਦੇ ਬੱਚੇ ਨੇ, ਇਹ ਸਪੋਲੀਏ ਨੇ, ਇਹ ਸੱਪ ਨੇ, ਤੇ ਫਿਰ ਚਿੰਤਾ ਕਿਉਂ ਕਰਦੇ ਹੋ? ਫਿਰ ਜਿਹੜਾ ਉਹ ਖਾਲਸਾ ਸੱਪ ਆ, ਫਨੀਅਰ ਸੱਪ, ਉਹ ਫਿਰ ਕੁੰਡਲ 'ਚ ਉੱਠ ਰਿਹਾ ਹੁਣ ਬਚੀ। ਹੁਣ ਜਦੋਂ ਉਹਨੇ ਫਨ ਚੁੱਕਣਾ ਨਾ, ਜਦੋਂ ਉਹ ਇਸ ਤਰੀਕੇ ਨਾਲ ਪੇਚੀਦਾ ਮਾਰ, ਜਿਹੜਾ ਪੇਚੀਦਾ ਮਾਰ ਕੇ ਕੁੰਡਲੀ ਇਸ ਤਰੀਕੇ ਨਾਲ ਬੰਨ ਕੇ ਬੈਠਾ ਸੀਗਾ, ਜਦੋਂ ਉਹਨੇ ਇਸ ਤਰੀਕੇ ਨਾਲ ਕੁੰਡਲੀ 'ਚ ਉੱਠਣਾ ਹੈਗਾ, ਫਿਰ ਕਿਵੇਂ ਬਚੋਗੇ? ਇਹ ਗੁਰੂ ਸਾਹਿਬ ਨੇ ਮੈਟਾਫੋਰਿਕ ਵੇ ਨਾਲ ਉਸੇ ਗੱਲ ਨੂੰ ਦੁਬਾਰਾ ਕੋਟ ਕੀਤਾ। ਬਟ ਲੈਟ ਮੀ ਐਕਚੁਅਲੀ, ਮੈਂ ਫਿਰ ਬਾਤ ਇੱਥੇ ਆਵਾਂ, ਬਾਤ ਦੂਰ ਚਲੀ ਜਾਂਦੀ ਹੈ। ਜਿਹੜੀਆਂ ਤੁਹਾਡੀਆਂ ਚੋਇਸਿਸ ਨੇ ਇਸ ਦੱਸਦੀਆਂ ਨੇ ਕਿਹੜੀ ਡਾਇਰੈਕਸ਼ਨ ਤੁਸੀਂ ਫੋਲੋ ਕਰ ਰਹੇ ਹੋ। ਈਚ ਐਂਡ ਐਵਰੀ ਇੰਡੀਵਿਜੂਅਲ ਕੈਨ ਪੇ ਅਟੈਂਸ਼ਨ ਟੂਵਰਡ ਆਵਰ ਚੋਇਸਿਸ। ਹਰ ਰੋਜ਼ ਚੋਇਸਿਸ ਬਣਾਉਂਦੇ ਆ। ਤੁਸੀਂ ਟੀਵੀ ਦੇ ਪ੍ਰੋਗਰਾਮਸ ਤੋਂ ਲੈ ਕੇ, ਕਿਤਾਬਾਂ ਪੜ੍ਹਨ ਤੋਂ ਲੈ ਕੇ, ਆਲੇ ਦੁਆਲੇ ਮਿਲਣ ਗਿਲਣ ਤੋਂ, ਹਰ ਚੀਜ਼ ਇਹ ਦੱਸ ਰਹੀ ਹੈ ਪਾਮ ਕਿੱਧਰ ਜੁੱਲੇ ਜਾ ਰਹੇ ਨੇ, ਡਾਇਰੈਕਸ਼ਨ ਕਿਹੜੀ ਨੂੰ ਫੁੱਲ ਜਾ ਰਹੇ ਹੋ। ਬਸ ਇਹ ਸਿੰਪਲ ਹੈ। ਜੇ ਪਤਾ ਲੱਗ ਰਿਹਾ ਹੈ ਕਿ ਆ ਚੋਇਸਿਸ ਬਣ ਰਹੀਆਂ ਨੇ, ਡੈਫੀਨੇਟਲੀ ਪੈਰ ਉਸ ਪਾਸੇ ਪੈ ਰਹੇ ਨੇ, ਜਾ ਰਹੇ ਉਸ ਪਾਸੇ। ਦੇयर इज नो नीड टू आस्क एनीबॉडी। गुरु अर्जन महाराज जिक्र करदे, मेरी अरदास है दादा तेरे अगे, किरपा करी तरस करी पाम जुलाई पंध तो। जिन्ना भी मूव करा जिंदगी की, जिन्नी मूवमेंट होए वो तेरे राह ते होए, तेरे पंध वाले पासे होए। पढ़ना भी उही है, मिलना भी उधर ही है, जाना भी उधर ही है, वेखना सुनना सब उस अगे सारा शब्द की व्याख्या कर दिंदा। पाम जुलाई पंध तो नैनी दरस दिखाल। नैना दे नाल ओहो जे दर्शन होण, ओहो जिहियां चीज़ां दिसन। सपोज तुसी कोई ग्रीनरी देखना चाहुंदे हो एंड your car is actually going toward the, you can say, southbound of any actually road toward the Toronto city, toward the actually downtown. That mean ਜਿਹੜੀ ਕਾਰ ਜਿਹੜੀ ਹੈ, ਜਿਹੜੀ ਡਰਾਈਵ ਕਰ ਰਹੇ ਹੋ ਵਹੀਕਲ, ਉਹ ਤੇ ਸਾਊਥ ਨੂੰ ਜਾ ਰਿਹਾ ਤੇ ਤੁਸੀਂ ਵੇਖਣਾ ਗ੍ਰੀਨਰੀ ਚਾਹੁੰਦੇ ਹੋ, ਸੀਨਿੰਗ ਬਿਊਟੀ ਦੇਖਣਾ ਚਾਹੁੰਦੇ ਹੋ। ਯੂ ਕੈਨ ਨੋਟ ਸੀ ਦੈਟ। ਕਿਉਂ? ਕਿਉਂਕਿ ਇੱਧਰ ਤੇ ਸਾਰੇ ਘਰ ਦਿਸਣਗੇ, ਕੰਕਰੀਟ ਦਿਸੇਗੀ, ਰੋਡ ਦਿਸਣਗੇ। ਹਾਂ, ਜੇ ਤੁਸੀਂ ਸੀਨਿਕ ਬਿਊਟੀ ਦੇਖਣੀ ਹੈ, ਜੇ ਅਸੀਂ ਉਸ ਕਿਸਮ ਦੇ ਦ੍ਰਿਸ਼ ਦੇਖਣੇ, ਕੁਦਰਤ ਦਾ ਉਸ ਰੂਪ ਵਿੱਚ ਮੰਜ਼ਰ ਦੇਖਣਾ ਭਾਈ, ਅੱਜ ਕੱਲ੍ਹ ਜਿਵੇਂ ਫਾਲ ਦਾ ਸੀਜ਼ਨ ਆ, ਤੁਸੀਂ ਜਿਹੜਾ ਹੈਗਾ
डिफरेंट कलर कोडिंग देखनी हैगी है, कलर के जोड़ा लीव्स के जोड़े कलर चेंजिस हो रहे हैं वो देखना चाहते हो, फिर तुहाडी कार का मूँह जोड़ा आ वो साउथ की बजाय नॉर्थ में होना चाहिए। ये जिहड़ी बात है, जो दर्शन देखने ने फिर भाई उधर न जाओ। तो ये दर्शन यही ने, बंदा वो जिहा ਸਾਹਿਤ पढ़ता है, वो जिहियां किताबां पढ़ता है, साढ़े घर के शब्द गुरु का सीधा जिहा संकल्प आ उन्होंने अलाप का पढ़ता है। गुरु बाबा जी ने कहा, नैनी दरस दिखाल सरवणी सुनी कहानियां। जिस पासे जाना हो बंदा वो जिहियां कहानियां सुनन लग जाता है। मैनूं याद है काफ़ी साल पहलां दी गल है, मैं एक स्टेट्स विच कैंपस विच सीगा, बच्चों का कैंप विच, तो उत्थे कुछ अमेरिकन डॉक्टर्स आए सीगे ते यंग बच्चे बच्चियां नूं दे वर गिविंग सम काइंड ऑफ इंस्पिरेशन। तो उस कैंप की कमाल ये सी कि बहुते बच्चे डॉक्टर ही बनते सी। ये उन्हों की एक हिस्टरी है। तो मैं यही थोड़ा ऑबजर्व करना चाहता सी, वो करते किवें ने? वो करते एवें ने कि जिन्ने दिन उत्थे रहिंदे ने डॉक्टर, वो सारियां कहानियां अपने पेशे दियां सुणाउंदे ने, चंगियां चंगियां वधिया वधिया। जदों बच्चे इत्थों जाणगे वो ये सारियां कहानियां नाल लैके जाणगे, ये डिस्कशनस, ये सब चीज़ां, स्टोरीज। हुण हुंदा की है कि वो सारियां स्टोरीज, वो कहानियां तुसीं कदी देखिया होएगा, सपोज करो तुहाडे नाल शायद वड्डियां नाल भी होया, जे छोटे बच्चों तुसीं देखिया होए, कोई शाम नूं कोई टीवी प्रोग्राम लगा है, उहदे च कोई शख्स पायलट बन गया है, कोई शख्स एविएशन साइड ते चला गया है, तो तुसीं देखोगे अगले 2-3 दिनों दे ना बच्चा वैसे ही गेम्स ही उवें दियां प्ले करन लग जाएगा। 3 दिन एवें होगा, 3 दिन बाद तुसीं एक होर चीज़ कोई देख रहे हो, ਉਹਦੇ ਵਿੱਚ ਕੁਝ ਮੈਰੀਨ ਇੰਜੀਨੀਅਰਿੰਗ ਬਾਰੇ ਆ ਗਿਆ ਹੈਗਾ, ਉਸ ਕਿਸਮ ਦੀ ਬਾਤ ਤੁਸੀਂ ਦੇਖੋਗੇ ਉਹ ਬੱਚਾ ਉਵੇਂ ਦੀਆਂ ਚੀਜ਼ਾਂ ਕਰਨ ਲੱਗ ਗਿਆ ਹੈਗਾ। ਐਕਚੁਅਲ ਲੈਵਲ ਤੇ ਕਹਾਣੀ ਹੈ ਸਾਰੇ ਦੀ ਸਾਰੀ। ਜਿਹੋ ਜਿਹੀਆਂ ਕਹਾਣੀਆਂ, ਬਾਤਾਂ, ਖਿਆਲ, ਗੱਲਾਂ ਸੁਣੋਗੇ, ਮਨ ਮੰਡਲ ਉਸੇ ਕਿਸਮ ਦਾ ਜਿਹੜਾ ਹੈਗਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਰਿਫਲੈਕਟ ਹੋਣੀਆਂ ਸ਼ੁਰੂ ਹੋ ਜਾਣਗੀਆਂ। ਇੱਥੇ ਗੁਰੂ ਬਾਬਾ ਜੀ ਨੇ ਕਿਹਾ, ਇਹ ਅਕਾਲ ਪੁਰਖ ਜੀ ਸਰਵਣੀ ਸੁਣੀ ਕਹਾਣੀਆਂ, स्रोत नाल तेरी कहानी सुना, तेरी गल सुना, तेरी बात सुनावा। तेरे जिन्होंने साहब ने कहा, तैं साहिब की बात जे आख्या कहो नानक क्या दीजा, तेरी कोई बात ही सुनावे, गल ही सुनावे। सानूं क्या बा बाणियां, कहानियां, पुत सपुत करेण, बाबियां दियां कहानियां सुनिया कर, पढ़िया कर, सोचिया कर। इस एहसास दे विच जिवें कई बार चीज़ां होंदियां ने, मैनूं कई बार पेरेंट्स कहणगे, भाई साहब it's really hard to tell our kids all the time the stories of Guru Sahab and just our few actually warriors। मैं कहना इन्नी वैरायटी है साढ़े कोल ते दुनिया भर दी। एक दिन गुरु नानक साहब दी माता तृप्ता दी कहानी सुनाओ, तुसीं सिर्फ माता तृप्ता दी कहानी सुनाओ, फिर अगले दिन तुहाडे कोल बड़ी चॉइस है। अगले दिन तुसीं कोई होर कहानी सुना दिओ पंजाब दे किसी होर वड्डे रंग दी। सपोज करो कि बच्चा जे थोड़ा मेल हैगा, मैस्कुलिन जेंडर हैगा, हरी सिंह नलवे दी सुना दिओ। फिर उहदे नाल कई होर रिलेटिड ने चीज़ां, एक तो एक चीज़ां पईयां ने। पाउणी ते कहानी है ना, मतलब सज्जों खब्बे। एक्चुअल लैवल ते सानूं मैनूं याद आ साडे टीचर होंदे सीगे, बिकॉज एक्चुअली वी फिनिश्ड आवर एजुकेशन इन वेरी रूरल एरिया, तो उत्थे बहुत ज़्यादा कोई टीचिंग कैलीबर नहीं होंदा सीगा। सानूं हुण बाद च पता लगता भी हाँ जे टीचर होंदे सी, पर फिर भी असीं बड़े शुक्रगुजार हाँ, उन्होंने बड़ा पढ़ाया, किसी काबल बनाया। तो साडा टीचर होंदा सीगा, तो उन्हें कहना भी ओके एक ऐसे याद करना तुसीं बस, तो उही ऐसे लिखना तुसीं पेपर च, इक्को ऐसे याद करना, उही लिखना इंग्लिश च, ठीक है जी। तो असीं कहना भी ये किवें हो सकदा? उन्हें फिर सानूं मिसाल देनी, कहंदे भी तुहानूं मैं सपोज करो ऐसे याद करा देना वा भी कबड्डी दी खेड, ठीक है जी, याद हो गया। तो एग्जाम में ये आ गया भी तुहाडा एक दिन तुसीं रेलवे प्लेटफार्म ते स्पेंड कीता है, उहदे बारे अपना एक्सपीरियंस लिखो। एवें दे ऐसे आ जांदे सी। या तुसीं किसी पहली बार जो किसी बस अड्डे गए हो, बस पकड़ी हो, उत्थे तुहाडा एक्सपीरियंस किवें रहा। या तुसीं जिहड़ा हैगा किसी एक पिंड दे बाबत बयान करो, वो कहंदा पता की है, तुसां सिर्फ पुतलियां 2-3 लाइनां ही चेंज करनियां, लाइन्स चेंज करनियां ने। उत्ते लिखना हैगा कि जिहड़ा हैगा मैं फलां गड्डी फड़ के फलां प्लेटफार्म ते गया, फलां प्लेटफार्म तो उतर के ते प्लेटफार्म दे मैं बाहर ग्राउंड बने सी, उहदे चला गया, तो उत्थे उत्थे कबड्डी दा खेड चल रहा सीगा। Then write all the actually kabaddi is a game. That's it. You're done.
ਹੁਣ ਜਿਹੜੀ ਗੱਲ ਇਹ ਹੈ, ਐਕਚੁਅਲ ਲੈਵਲ ਤੇ ਜਿਹੜੀ ਸਿੱਖੀ ਦੀ ਸਾਰੀ ਕਹਾਣੀ ਹੈ ਨਾ, ਕਹਾਣੀ ਹੈ ਡਿਸਿਪਲਨ ਦੀ। ਇਹ ਕਹਾਣੀ ਹੈ ਹਿਊਮੈਨਿਟੀ ਦੇ ਵਰਚੂਸ ਦੀ, ਗੁਣਾਂ ਦੀ। ਇਹ ਕਹਾਣੀ ਹੈ ਮਨੁੱਖਤਾ ਦੇ ਪਿਆਰ ਦੀ, ਉਸ ਸਾਰੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਾਈਂਡ ਆਫ ਕੰਪੈਸ਼ਨ ਦੀ, ਕਰੇਜ ਦੀ, ਇਹਦੀ ਕਹਾਣੀ ਹੈ। ਬਸ ਥੋੜੇ ਬਹੁਤੇ ਕਰੈਕਟਰਾਂ ਦੇ ਨਾਂ ਹੀ ਬਦਲਦੇ ਨੇ। ਬਸ ਤੁਸੀਂ ਜਿੱਥੋਂ ਮਰਜ਼ੀ ਪਕੜ ਲਵੋ, ਬਾਕੀ ਤੁਸੀਂ ਪਲੇ ਹੀ ਕਰਨਾ ਉਹਦੇ ਨਾਲ। ਐਕਚੁਅਲ ਲੈਵਲ ਤੇ ਆਹ ਚੀਜ਼ ਜਿਹੜੀ ਹੈ, ਇਹੀ ਅਸੀਂ ਅੱਗੇ ਜਿਹੜੀ ਹੈ ਇਹਨੂੰ ਮੈਨੀਫੈਸਟ ਕਰਨਾ ਚਾਹੁੰਦੇ ਹਾਂ। ਗੁਰੂ ਬਾਬਾ ਜੀ ਨੇ ਕਿਹਾ ਇੱਥੇ ਕਿ ਸਰਵਣੀ ਸੁਣੀ ਕਹਾਣੀਆਂ, ਹਾਂ ਜੇ ਗੁਰ ਥੀਵੈ ਕਿਰਪਾਲ, ਪਰ ਹੋ ਉਦੋਂ ਸਕਦਾ ਹੈ ਜਦੋਂ ਗੁਰੂ ਤਰਸ ਕਰੇ। ਕਿਤੇ ਮੈਨੂੰ ਇਹੋ ਜਿਹਾ ਸੋਰਸ ਮਿਲ ਜਾਏ ਜਿਹਦੇ ਸਦਕਾ ਮੈਂ ਪਾਮ ਜੁਲਾਈ ਪੰਧ ਤੋਂ ਉਸ ਗੱਲ ਦੇ ਉੱਤੇ ਆ ਸਕਾਂ, ਮੈਨੂੰ ਤੇਰੇ ਵਾਲੇ ਪਾਸੇ ਜਾਣ ਦੀਆਂ ਚੋਇਸਿਸ ਬਣਾਉਣ ਵਾਸਤੇ ਮੈਨੂੰ ਮੇਰਾ ਗੁਰੂ ਮਦਦ ਕਰ ਦੇਵੇ। ਸਮਾਂ ਸਮਾਪਤ ਆ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਸਭ ਪ੍ਰੇਮ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।